ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵਿੰਦਰ ਕੌਰ, ਦਲੀਪ ਕੌਰ ਟਵਾਣਾ ਜੀ ਦੁਆਰਾ ਲਿਖਿਆ ਨਾਵਲ ਮਾਤਾ ਧਰਤ ਮਹਤ ਦਾ ਹੀ ਹਿੱਸਾ 3 ਲੋਕ ਸੇ ਨਿਆਰੀ ਲੈ ਕੇ ਹਾਜ਼ਰ ਹੋਈਆਂ ਜੀ। ਭਾਗ 5ਵਾਂ। ਆਓ ਆਪਾਂ ਸ਼ੁਰੂ ਕਰਦੇ ਹਾਂ। 6 ਕੁ ਮਹੀਨਿਆਂ ਮਗਰੋਂ ਫਾਤਮਾ ਦਾ ਨਿਕਾਹ ਹੋ ਗਿਆ। ਭਾਈ ਰਾਮੂ ਤੇ ਜਸਦੇਵੀ ਨੇ ਸਾਹਿਬਾ ਦੀਆਂ ਆਖੀਆਂ ਸਾਰੀਆਂ ਚੀਜ਼ਾਂ ਉਸਨੂੰ ਦੇ ਦਿੱਤੀਆਂ। ਨਾਲ ਸ਼ਹਿਰੋਂ ਲੈਣ ਦੇਣ ਵਾਲੇ ਕੱਪੜੇ ਲੀੜੇ ਵੀ ਲਿਆ ਦਿੱਤੇ। ਇੱਕ ਸੁੱਚਾ ਸੂਟ ਫਾਤਮਾ ਲਈ ਸਵਾ ਦਿੱਤਾ। ਪਿੰਡ ਦੇ ਲੋਕਾਂ ਨੇ ਵੀ ਜੋ ਸਰਿਆ ਬਣਿਆ ਫਾਤਮਾ ਨੂੰ ਦਿੱਤਾ। ਚਾਂਦੀ ਦੀਆਂ 4 ਟੂਮਾਂ ਉਸਦੇ ਅੱਬਾ ਨੇ ਕਰਵਾ ਦਿੱਤੀਆਂ। ਸੋਨੇ ਦਾ ਕੋਕਾ ਤੇ ਛਾਪ ਤੇ ਚਾਂਦੀ ਦੀਆਂ ਪੰਜੇਬਾਂ ਉਸਨੂੰ ਸਹੁਰਿਆਂ ਵੱਲੋਂ ਮਿਲੀਆਂ। ਰਮਜ਼ਾਨ ਨੂੰ ਫਾਤਮਾ ਨੇ ਪਹਿਲਾਂ ਹੀ ਦੇਖਿਆ ਹੋਇਆ ਸੀ। ਉਹ ਬਥੇਰਾ ਉੱਚਾ ਲੰਮਾ ਸੋਹਣਾ ਗੱਭਰੂ ਸੀ। ਫਾਤਮਾ ਦੇ ਪੈਰ ਕਿਹੜੇ ਭੁੰਜੇ ਲੱਗਦੇ ਸਨ। ਚਾਈਂ ਚਾਈਂ ਸਾਰੀਆਂ ਰਸਮਾਂ ਵਿੱਚੋਂ ਦੀ ਲੰਘ ਗਈ। ਪਰ ਉਸਨੂੰ ਇਹ ਗੱਲ ਬੜੀ ਮਾੜੀ ਲੱਗਦੀ ਸੀ ਕਿ ਸਾਹਿਬਾ ਇਸ ਵੇਲੇ ਇੱਥੇ ਨਹੀਂ ਸੀ। ਮਨ ਹੀ ਮਨ ਉਹ ਉਸਨੂੰ ਕਈ ਵਾਰੀ ਉਲਾਂਭੇ ਦੇ ਹਟੀ ਸੀ। ਵੱਟੇ ਵਿੱਚ ਨਜ਼ੀਰ ਦਾ ਨਿਕਾਹ ਵੀ ਹੋ ਗਿਆ। ਅੰਮਾ ਨੂੰ ਹੁਣ ਫਾਤਮਾ ਦੇ ਜਾਣ ਦਾ ਏਡਾ ਵਿਗੋਚਾ ਵੀ ਨਹੀਂ ਸੀ ਰਹਿਣਾ। ਸਹੁਰੇ ਘਰ ਆ ਕੇ ਫਾਤਮਾ ਝਾਂਜਰਾਂ ਛਣਕਾਉਂਦੀ, ਹਸੂ ਹਸੂ ਕਰਦੀ, ਕੰਮ ਧੰਦੇ ਕਰਦੀ ਰਹਿੰਦੀ। ਉਸਦੇ ਕੱਪੜਾ ਲੀੜਾ ਵੀ ਪਾਇਆ ਬੜਾ ਫੱਬਦਾ ਸੀ। ਬਾਹਰ ਜਾਂਦੀ ਤਾਂ ਲੋਕਾਂ ਦੀਆਂ ਨਜ਼ਰਾਂ ਉਸ ਵੱਲ ਮੱਲੋ ਮੱਲੀ ਚਲੀਆਂ ਜਾਂਦੀਆਂ। ਰਮਜ਼ਾਨ ਜਦੋਂ ਦੋਹਾਂ ਭਰਾਵਾਂ ਨਾਲ ਰਲ ਕੇ ਟੋਭੇ ਤੋਂ ਮਿੱਟੀ ਲੈਣ ਜਾਂਦਾ ਜਾਂ ਭਾਂਡੇ ਲੈ ਕੇ ਖੱਚਰ 'ਤੇ ਫੇਰੀ ਲਾਉਂਦਾ ਤਾਂ ਉਸਦਾ ਮਨ ਕਰਦਾ ਫਾਤਮਾ ਉਸਦੇ ਨਾਲ ਰਹੇ। ਉਸਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਸ ਦੇ ਭਰਾ ਫਾਤਮਾ ਨੂੰ ਟਿਚਰਾਂ ਕਰਦੇ ਰਹਿਣ। ਭਰਾਵਾਂ ਦੇ ਮਨ ਵਿੱਚ ਭਾਵੇਂ ਖੋਟ ਕੋਈ ਨਹੀਂ ਸੀ, ਪਰ ਉਹ ਫਾਤਮਾ ਨੂੰ ਆਨੀ ਬਹਾਨੀ ਚਿੜਾਉਂਦੇ ਰਹਿੰਦੇ ਸਨ। ਇੱਕ ਦਿਨ ਛੋਟਾ ਬੋਲਿਆ, ਭਾਬੀ ਜਾਨ ਨੇ ਕੁੜਤੀ ਪੁੱਠੀ ਪਾਈ ਹੋਈ ਹੈ। ਫਾਤਮਾ ਘਬਰਾ ਗਈ। ਰਮਜ਼ਾਨ ਨੇ ਦੇਖਿਆ ਫਾਤਮਾ ਨੇ ਕੁੜਤੀ ਠੀਕ ਪਾਈ ਹੋਈ ਸੀ। ਇਸੇ ਤਰ੍ਹਾਂ ਵਿਚਕਾਰਲਾ ਇੱਕ ਦਿਨ ਛਾਬੇ ਵਿੱਚੋਂ ਰੋਟੀਆਂ ਚੁੱਕ ਕੇ ਲੁਕੋ ਆਇਆ ਤੇ ਮਾਂ ਨੂੰ ਆਖਣ ਲੱਗਿਆ, ਭਾਬੀ ਜਾਨ ਨੇ ਅੱਜ ਸਾਰੀਆਂ ਰੋਟੀਆਂ ਖਾ ਲਈਆਂ ਨੇ। ਉਸਦੀ ਮਾਂ ਵੀ ਫਾਤਮਾ ਤੋਂ ਕਿੰਨਾ ਕੰਮ ਕਰਵਾਉਂਦੀ ਸੀ। ਪਾਣੀ ਬਾਹਰੋਂ ਫਾਤਮਾ ਭਰ ਕੇ ਲਿਆਉਂਦੀ, ਕੱਪੜੇ ਖੂਹ 'ਤੇ ਫਾਤਮਾ ਧੋਣ ਜਾਂਦੀ, ਰੋਟੀਆਂ ਲਾਉਂਦੀ ਤੇ ਸਭ ਤੋਂ ਪਿੱਛੋਂ ਤੱਕ ਸਾਰੇ ਕੰਮ ਮੁਕਾ ਕੇ ਭਾਂਡੇ ਮਾਂਜ ਕੇ ਉਹ ਸੌਂਦੀ। ਰਮਜ਼ਾਨ ਨੂੰ ਪਤਾ ਨਹੀਂ ਕੀ ਸੁੱਝੀ। ਉਸਨੇ ਫਾਤਮਾ ਨੂੰ ਆਖਿਆ, ਆਪਾਂ ਅੱਡ ਨਾ ਹੋ ਜਾਈਏ। ਗੱਲ ਸੁਣ ਕੇ ਫਾਤਮਾ ਘਬਰਾ ਜਿਹੀ ਗਈ ਤੇ ਬੋਲੀ, ਨਹੀਂ, ਆਖਣਗੇ ਬਹੂ ਨੇ ਅੱਡ ਕਰਾਤਾ। ਨਾਲੇ ਮੈਂ ਇਕੱਲੀ ਸਾਰਾ ਦਿਨ ਘਰ 'ਚ ਕਿਵੇਂ ਰਿਹਾ ਕਰੂੰਗੀ। ਆਵਾ ਤਾਂ ਫੇਰ ਵੀ ਸਾਂਝਾ ਹੀ ਰਹੂਗਾ। ਸੋਚ ਸੋਚ ਕੇ ਰਮਜ਼ਾਨ ਨੇ ਆਪਣੇ ਇੱਕ ਮਿੱਤਰ ਦੀ ਸਲਾਹ ਲਈ। ਉਸਨੇ ਆਖਿਆ, ਸ਼ਹਿਰ ਪਿੱਤਲ ਕਾਂਸੀ ਦੇ ਭਾਂਡਿਆਂ ਦੀ ਛੋਟੀ ਜਿਹੀ ਹੱਟੀ ਪਾ ਲੈਂਦੇ ਹਾਂ। ਭਾਂਡੇ ਬਣਾਉਣੇ ਪੈਣ, ਨਾ ਸੁਕਾਉਣੇ ਪੈਣ, ਨਾ ਪਕਾਉਣੇ ਪੈਣ। ਇਕੱਠੇ ਜਿੱਥੋਂ ਬਣਦੇ ਨੇ ਉੱਥੋਂ ਲੈ ਆਏ, ਮੁਨਾਫਾ ਲੈ ਕੇ ਵੇਚ ਦਿੱਤੇ। ਹੱਟੀ ਭਾੜੇ 'ਤੇ ਮੈਂ ਤੈਨੂੰ ਦਵਾ ਦੇਵਾਂਗਾ। ਰਮਜ਼ਾਨ ਨੂੰ ਗੱਲ ਚੰਗੀ ਲੱਗੀ, ਪਰ ਭਾਂਡੇ ਖਰੀਦਣ ਲਈ ਪੈਸੇ ਕਿੱਥੋਂ ਆਉਣ। ਸੋਚ ਸੋਚ ਕੇ ਉਸਨੇ ਫਾਤਮਾ ਨਾਲ ਗੱਲ ਕੀਤੀ। ਉਸਨੂੰ ਵੀ ਗੱਲ ਚੰਗੀ ਲੱਗੀ ਤੇ ਉਸਨੇ ਆਖਿਆ, ਮੈਂ ਰੋਹਤਾਸ ਜਾਊਂਗੀ, ਰਾਮੂ ਚਾਚੇ ਤੋਂ ਪੈਸੇ ਉਧਾਰ ਲੈ ਆਊਂਗੀ। ਤੇ ਉਸਨੇ ਇਉਂ ਹੀ ਕੀਤਾ। ਰਾਮੂ ਚਾਚਾ ਉਸਨੂੰ ਪੈਸੇ ਉਧਾਰ ਕਿਵੇਂ ਨਾ ਦਿੰਦਾ, ਉਹ ਵੀ ਤਾਂ ਸਾਹਿਬਾ ਵਰਗੀ ਹੀ ਸੀ। ਉਸਨੇ ਪੁੱਛਿਆ, ਰਾਮੂ ਚਾਚੇ, ਜੇ ਤੂੰ ਆਖੇ ਤਾਂ ਮੈਂ ਟੂਮਾ ਤੇਰੇ ਕੋਲ ਰੱਖ ਜਾਂਦੀ ਹਾਂ। ਭਾਈ ਰਾਮ ਰਾਜ ਨੇ ਆਖਿਆ, ਕੁੜੇ ਕਮਲੀ ਹੋ ਗਈ ਤੂੰ। ਹੁਣ ਉਹਨਾਂ ਦਾ ਚੌ ਨਹੀਂ ਸੀ ਚੁੱਕਿਆ ਜਾਂਦਾ। ਪੂਰੇ 20 ਰੁਪਈਏ, ਏਡੀ ਵੱਡੀ ਰਕਮ ਉਹਨਾਂ ਕੋਲ ਸੀ। ਉਹ ਸ਼ਹਿਰ ਹੱਟੀ ਵੀ ਦੇਖ ਆਇਆ ਸੀ। ਹੱਟੀ ਦੇ ਉੱਪਰ ਰਹਿਣ ਲਈ ਚੁਬਾਰਾ ਵੀ ਸੀ। ਇੱਕ ਦਿਨ ਪੈਸੇ ਲੜ ਬੰਨ੍ਹ ਕੇ ਰਮਜ਼ਾਨ ਚਾਈਂ ਚਾਈਂ ਭਾਂਡੇ ਖਰੀਦਣ ਲਈ ਘਰੋਂ ਗਿਆ। ਫਾਤਮਾ ਤਾਂ ਆਥਣ ਸਵੇਰ ਉਡੀਕਦੀ ਰਹੀ। ਕਈ ਦਿਨ ਜਦੋਂ ਮੁੜ ਕੇ ਨਾ ਆਇਆ, ਟੋਲ ਭਾਲ ਕੀਤੀ ਗਈ ਤਾਂ ਪਤਾ ਲੱਗਿਆ ਡਾਕੂਆਂ ਨੇ ਉਜਾੜ ਥਾਂ 'ਤੇ ਉਹਦੇ ਪੈਸੇ ਲੁੱਟ ਲਏ ਸਨ ਤੇ ਉਸਨੂੰ ਮਾਰ ਕੇ ਸੁੱਟ ਗਏ ਸਨ। ਲਾਸ਼ ਘਰ ਲਿਆਉਣ ਜੋਗੀ ਵੀ ਨਹੀਂ ਸੀ। ਉੱਥੇ ਹੀ ਕਬਰ ਪੁੱਟ ਕੇ ਫਾਤਿਹਾ ਪੜ੍ਹ ਕੇ ਉਸਨੂੰ ਦੱਬ ਆਏ ਸਨ। ਪਤਾ ਲੱਗਣ ਉੱਪਰ ਫਾਤਮਾ ਬਹੁਤ ਰੋਈ ਪਿੱਟੀ, ਕੁਰਲਾਈ ਤੇ ਆਖਿਆ, ਇੱਕ ਵਾਰੀ ਮੈਨੂੰ ਮੂੰਹ ਤਾਂ ਦਿਖਾ ਦਿਓ। ਪਰ ਮੂੰਹ ਤਾਂ ਦੇਖਣ ਜੋਗਾ ਹੀ ਨਹੀਂ ਸੀ ਰਿਹਾ। 1.25 ਮਹੀਨੇ ਹਉ ਕਲਾਪ ਕਰਨ ਮਗਰੋਂ ਫਾਤਮਾ ਆਪਣੇ ਪੇਕੇ ਘਰ ਆ ਗਈ। ਉਹ ਕਮਲਿਆਂ ਵਾਂਗ ਕਦੇ ਰੋਣ ਲੱਗ ਜਾਂਦੀ, ਕਦੇ ਹੱਸਣ, ਕਦੇ ਅੱਲਾ ਨੂੰ ਗਾਲਾਂ ਦੇਣ ਲੱਗ ਜਾਂਦੀ ਤੇ ਕਦੇ ਰਮਜ਼ਾਨ ਨੂੰ। ਅੰਮਾ ਉਸਦੀ ਨੇ ਬੜੇ ਉਪਾਅ ਕੀਤੇ, ਧਾਗੇ ਤਵੀਤ ਵੀ ਕਰਾਏ, ਪਰ ਰਮਜ਼ਾਨ ਖੌਰੇ ਅਣਿਆਈ ਮਰਿਆ ਸੀ। ਉਸਦਾ ਖਹਿੜਾ ਹੀ ਨਹੀਂ ਸੀ ਛੱਡਦਾ। ਅੱਬਾ ਉਸਦਾ ਅੱਡ ਰੋਂਦਾ ਰਹਿੰਦਾ। 2 ਕੁ ਮਹੀਨੇ ਮਗਰੋਂ ਫਾਤਮਾ ਦੀ ਸੱਸ ਆਈ ਤੇ ਦਿਲਾਸਾ ਦੇ ਕੇ ਆਖਣ ਲੱਗੀ, ਚੱਲ ਆਪਣੇ ਘਰ ਚੱਲ, ਮੈਂ ਰਮਜ਼ਾਨ ਤੋਂ ਛੋਟੇ ਨਾਲ ਤੇਰਾ ਨਿਕਾਹ ਕਰ ਦੇਣਾ। ਸੁਣ ਕੇ ਫਾਤਮਾ ਜਿਵੇਂ ਜ਼ਮੀਨ ਵਿੱਚ ਹੀ ਗੱਡੀ ਗਈ। ਉਸਦੀ ਅੰਮਾ ਨੇ ਵੀ ਸਮਝਾਇਆ, ਆਪੇ ਇਹ ਇਲਾਜ ਕਰਾ ਲੈਣਗੇ, ਨਾਲੇ ਇਉਂ ਉਮਰ ਕਿਵੇਂ ਕੱਟੇਗੀ। ਅੱਬਾ ਵੀ ਉਸਦਾ
ਇਸ ਗੱਲ ਲਈ ਰਾਜੀ ਹੋ ਗਿਆ। ਉਸ ਦਿਨ ਫਾਤਮਾ ਨੇ ਨਾ ਕੁਝ ਖਾਧਾ ਤੇ ਨਾ ਪੀਤਾ। ਰਾਤ ਨੂੰ ਵੀ ਉਹ ਬਿਟ-ਬਿਟ ਛੱਤ ਦੀਆਂ ਕੜੀਆਂ ਵੱਲ ਝਾਕਦੀ ਰਹੀ। ਬਹੁਤ ਰਾਤ ਹੋ ਗਈ, ਸਾਰੇ ਸੌਂ ਗਏ। ਉਹ ਮਲਕ ਦੇ ਕੇ ਉੱਠੀ ਤੇ ਕੁੰਡਾ ਖੋਲ੍ਹ ਕੇ ਬਾਹਰ ਨੂੰ ਤੁਰ ਪਈ। ਨਜ਼ੀਰ ਨੂੰ ਕੁੰਡਾ ਖੁੱਲ੍ਹਣ ਦੀ ਆਵਾਜ਼ ਸੁਣੀ। ਉਹ ਉੱਠ ਕੇ ਆ ਗਿਆ। ਉਸਨੇ ਹਨੇਰੇ ਵਿੱਚ ਹੀ ਦੇਖਿਆ ਕਿ ਫਾਤਮਾ ਬਾਹਰ ਵੱਲ ਨੂੰ ਤੁਰੀ ਜਾ ਰਹੀ ਸੀ। ਉਸਨੂੰ ਸਮਝ ਕੁਝ ਨਾ ਲੱਗੀ, ਪਰ ਉਸਦੇ ਮਗਰ ਹੋ ਲਿਆ। ਛੇਤੀ-ਛੇਤੀ ਡਿੰਗਾਂ ਪੁੱਟਦੀ ਫਾਤਮਾ ਖੂਹ 'ਤੇ ਅੱਪੜ ਗਈ। ਉੱਥੇ ਖਲੋ ਕੇ ਉਸਨੇ ਰਮਜ਼ਾਨ ਨੂੰ ਹਾਕਾਂ ਮਾਰੀਆਂ ਤੇ ਬੋਲੀ, ਮੈਂ ਵੀ ਤੇਰੇ ਕੋਲ ਆ ਰਹੀ ਹਾਂ ਰਮਜ਼ਾਨ। ਤੇ ਉਹ ਖੂਹ ਦੇ ਵਿੱਚ ਡਿੱਗਣ ਹੀ ਲੱਗੀ ਸੀ ਕਿ ਨਜ਼ੀਰ ਨੇ ਭੱਜ ਕੇ ਉਸਨੂੰ ਜੱਫਾ ਮਾਰ ਲਿਆ। ਉਹ ਬੜਾ ਰੋਈ ਚੀਕੀ, ਪਰ ਨਜ਼ੀਰ ਤਕੜਾ ਸੀ। ਉਸਨੂੰ ਧੂ ਕੇ ਘਰ ਲੈ ਆਇਆ। ਰੌਲਾ ਸੁਣ ਕੇ ਬਾਕੀ ਘਰ ਦੇ ਵੀ ਜਾਗ ਪਏ। ਨਜ਼ੀਰ ਨਾਲੇ ਰੋਈ ਜਾ ਰਿਹਾ ਸੀ, ਨਾਲੇ ਦੱਸ ਰਿਹਾ ਸੀ ਫਾਤਮਾ ਨੇ ਖੂਹ ਵਿੱਚ ਡਿੱਗ ਕੇ ਮਰ ਜਾਣਾ ਸੀ। ਸੱਸ ਉਸਦੀ ਨੇ ਬੁੱਕਲ 'ਚ ਲੈ ਕੇ ਪਿਆਰ ਕੀਤਾ ਤੇ ਆਖਿਆ, ਤੇਰੀ ਮਰਜ਼ੀ ਤੋਂ ਬਿਨਾਂ ਅਸੀਂ ਕੋਈ ਗੱਲ ਨਹੀਂ ਕਰਨੀ। ਤੂੰ ਨਹੀਂ ਨਿਕਾਹ ਕਰਨਾ ਕਿਸੇ ਨਾਲ ਨਾ ਕਰੀਂ, ਤੈਨੂੰ 2 ਰੋਟੀਆਂ ਦਾ ਤੋੜਾ। ਨਜ਼ੀਰ ਬੋਲਿਆ, ਭੈਣ ਸਾਡੇ ਨਾਲ ਰਹੂ, ਅਸੀਂ ਨਹੀਂ ਕਿਤੇ ਤੋਰਨਾ। ਅਗਲੇ ਦਿਨ ਸੱਸ ਉਸਦੀ ਚਲੀ ਗਈ। ਅੰਮਾ ਨੇ ਉਸਨੂੰ ਵਾਰ-ਵਾਰ ਸਮਝਾਇਆ, ਖੁਦਕੁਸ਼ੀ ਕਰਕੇ ਤਾਂ ਬੰਦਾ ਨਰਕਾਂ ਨੂੰ ਜਾਂਦਾ ਹੈ। ਜਿੱਥੇ ਰੱਬ ਤੇਲ ਦੇ ਤਪਦੇ ਕੜਾਹਿਆਂ ਵਿੱਚ ਬੰਦੇ ਨੂੰ ਤਲਦਾ, ਮੁੜ ਕੇ ਬੰਦੇ ਦੀ ਜੂਨ ਨਹੀਂ ਮਿਲਦੀ। ਕੁੱਤੇ ਬਿੱਲੇ ਬਣਨਾ ਪੈਂਦਾ। ਅੱਲਾ ਆਪਣੀ ਮਰਜ਼ੀ ਨਾਲ ਘੱਲਦਾ, ਮਰਜ਼ੀ ਨਾਲ ਸੱਦਦਾ। ਅਸੀਂ ਅੱਲਾ ਤੋਂ ਵੱਡੇ ਤਾਂ ਨਹੀਂ ਬਈ ਆਪਣੀ ਮਰਜ਼ੀ ਕਰੀਏ। ਜਿਸ ਘਰ ਵਿੱਚ ਇਹੋ ਜਿਹਾ ਵਿਘਨ ਹੋ ਜਾਏ, ਉਸ ਦੀਆਂ ਤਾਂ 7 ਪੁਸ਼ਤਾਂ ਦੋਜ਼ਖਾਂ ਨੂੰ ਜਾਂਦੀਆਂ ਨੇ। ਹਾੜੇ ਮੇਰੀ ਧੀ, ਸਾਡੇ ਸਿਰ ਇਹੋ ਜਿਹਾ ਪਾਪ ਨਾ ਚੜ੍ਹਾਈ। ਫਾਤਮਾ ਡੌਰ-ਭੌਰ ਹੋਈ ਸਭ ਸੁਣਦੀ ਰਹਿੰਦੀ। ਹੌਲੀ-ਹੌਲੀ ਉਹ ਅੱਬਾ ਤੇ ਨਜ਼ੀਰ ਨਾਲ ਕੰਮ ਵੀ ਕਰਾਉਣ ਲੱਗ ਪਈ। ਬਸ ਚੁੱਪ ਕਰੀ ਰਹਿੰਦੀ। 3 ਮਹੀਨੇ ਲੰਘ ਗਏ ਸਨ। ਜਦੋਂ ਰਾਮੂ ਚਾਚੇ ਨੇ ਫਾਤਮਾ ਦੇ ਘਰ ਆ ਕੇ ਦੱਸਿਆ ਕਿ ਸਾਹਿਬ ਰਾਏ ਸਾਹਿਬਾ ਨੂੰ ਸੰਧਾਰਾ ਦੇਣ ਚੱਲਿਆ, ਤੂੰ ਕੁੜੇ ਕੋਈ ਸੁਨੇਹਾ ਦੇਣਾ? ਫਾਤਮਾ ਨੇ ਇੱਕਦਮ ਆਖਿਆ, ਚਾਚਾ ਸਾਹਿਬ ਰਾਏ ਨੂੰ ਆਖ ਮੈਨੂੰ ਨਾਲ ਲੈ ਚੱਲੇ। ਲੈ ਜੂਗਾ। ਭਲਕੇ ਮੂੰਹ ਸਾਜਰੇ ਤਿਆਰ ਰਹੀਂ, ਠੀਕ ਹੈ ਨਾਮਾ? ਰਾਮੂ ਨੇ ਫਾਤਮਾ ਦੀ ਦਾਦੀ ਨੂੰ ਪੁੱਛਿਆ। ਆਹੋ, ਹੋ ਸਕਦਾ ਉੱਥੇ ਇਸਦਾ ਜੀ ਹੋਰ ਥਾਈਂ ਪੈ ਜੇ। ਮੈਂ ਵੀ ਚਲੀ ਚੱਲੂੰਗੀ ਨਾਲ। ਰੋਟੀ ਟੁੱਕਦਾ ਤਾਂ ਹੁਣ ਬਹੂ ਸਾਰ ਦਿੰਦੀ ਐ, ਨਾਲੇ ਕਈ ਦਿਨ ਦਾ ਰਾਹ ਹੈ ਇਕੱਲਿਆਂ ਦਾ, ਨਾਲ ਮੈਂ ਰਹੂੰਗੀ, ਫਾਤਮਾ ਦੀ ਦਾਦੀ ਨੇ ਆਖਿਆ। ਤੇ ਅਗਲੇ ਦਿਨ ਉਹ ਸਾਹਿਬਾ ਵੱਲ ਚੱਲ ਪਏ। ਕਈ ਦਿਨ ਹੋ ਗਏ ਸਨ ਉਹਨਾਂ ਨੂੰ ਤੁਰਿਆਂ। ਦਿਨ ਢਲ ਰਿਹਾ ਸੀ ਜਦੋਂ ਕਿਸੇ ਨੇ ਆ ਕੇ ਸਾਹਿਬਾ ਨੂੰ ਦੱਸਿਆ ਕਿ ਤੁਹਾਡੇ ਪੇਕਿਆਂ ਤੋਂ ਇੱਕ ਲੜਕਾ, ਇੱਕ ਬੀਬੀ ਤੇ ਇੱਕ ਮਾਈ ਆਏ ਨੇ। ਸਾਹਿਬਾ ਨੂੰ ਜਿਵੇਂ ਚੌ ਚੜ੍ਹ ਗਿਆ। ਉਸਨੇ ਬਾਹਰ ਵਿਹੜੇ ਵਿੱਚ ਜਾ ਕੇ ਦੇਖਿਆ, ਸਾਹਿਬ ਰਾਏ, ਫਾਤਮਾ ਤੇ ਫੱਤੋ ਆਏ ਸਨ। ਫਾਤਮਾ ਨੂੰ ਉਹ ਘੁੱਟ ਕੇ ਮਿਲੀ। ਸਾਹਿਬ ਰਾਏ ਨੂੰ ਉਸਨੇ ਮੱਥਾ ਟੇਕਿਆ ਤੇ ਫੱਤੋ ਨੇ ਉਸਦਾ ਸਿਰ ਪਲੋਸਿਆ। ਸਾਹਿਬਾ ਉਹਨਾਂ ਨੂੰ ਅੰਦਰ ਲੈ ਗਈ। ਸੁੱਖ ਸਾਂਦ ਪੁੱਛੀ, ਰਸੋਈਏ ਨੂੰ ਦੁੱਧ ਲੈ ਆਉਣ ਲਈ ਆਖਿਆ। ਦੁੱਧ ਪੀ ਕੇ ਸਾਹਿਬ ਰਾਏ ਗੁਰੂ ਵੱਲ ਚਲਿਆ ਗਿਆ। ਫੱਤੋ ਨੇ ਦੱਸਿਆ, ਸਾਹਿਬ ਰਾਏ ਨੇ ਤੇਰਾ ਸੰਧਾਰਾ ਲੈ ਕੇ ਆਉਣਾ ਸੀ। ਫਾਤਮਾ ਖਹਿੜੇ ਪੈ ਗਈ ਵੀ ਮੈਂ ਵੀ ਨਾਲ ਚੱਲਣਾ। ਮੈਂ ਸੋਚਿਆ ਮੈਂ ਵੀ ਦੇਖ ਆਵਾਂ। ਪਰ ਅੰਮਾ, ਫਾਤਮਾ ਨੂੰ ਹੋਇਆ ਕੀ ਹੈ? ਇਹ ਤਾਂ ਊਈਂ ਮੁਰਝਾ ਗਈ, ਨਾਲੇ ਅਜੇ ਤਾਂ ਸਾਲ ਨਹੀਂ ਹੋਇਆ ਇਹਦੇ ਵਿਆਹ ਨੂੰ। ਮੈਲੀ ਜਿਹੀ ਚੁੰਨੀ ਕਾਹਤੋਂ ਲਈ ਫਿਰਦੀ ਐ? ਸਾਹਿਬਾ ਨੇ ਫਾਤਮਾ ਵੱਲ ਝਾਕ ਕੇ ਫੱਤੋ ਨੂੰ ਪੁੱਛਿਆ। ਕੀ ਦੱਸਾਂ ਤੈਨੂੰ, ਰੱਬ ਨੇ ਇਸ ਨਾਲ ਤਾਂ ਬਾਹਲਾ ਲੋੜਾ ਕੀਤਾ। ਰਮਜ਼ਾਨ ਇਹਦਾ ਘਰ ਵਾਲਾ ਆਖੇ, ਫਾਤਮਾ ਬਸ ਥੋੜ੍ਹੇ ਜਿਹੇ ਪੈਸੇ ਬਣ ਜਾਣ, ਖੱਚਰ ਤੇ ਲੱਦ ਕੇ ਮਿੱਟੀ ਦੇ ਭਾਂਡੇ ਵੇਚਣ ਦੀ ਥਾਂ ਮੈਂ ਪਿੱਤਲ ਕਾਂਸੀ ਦੇ ਭਾਂਡਿਆਂ ਨੂੰ ਵੇਚਿਆ ਕਰੂੰ। ਨਾ ਟੁੱਟਣ, ਨਾ ਫੁੱਟਣ, ਨਾ ਬਣਾਉਣੇ ਪੈਣ, ਨਾ ਪਕਾਉਣੇ ਪੈਣ। ਸ਼ਹਿਰੋਂ ਜਾ ਕੇ ਲੈ ਆਓ, ਮੁਨਾਫੇ ਨਾਲ ਵੇਚ ਦਿਓ। ਫਿਰ ਵੀ ਉਸਨੇ ਖਾਸੇ ਪੈਸੇ ਇਕੱਠੇ ਕਰ ਲਏ ਸਨ। ਸ਼ਹਿਰ ਭਾਂਡੇ ਖਰੀਦਣ ਗਿਆ। ਰਾਹ ਵਿੱਚ ਡਾਕੂਆਂ ਨੇ ਲੁੱਟ ਕੇ, ਮਾਰ ਕੁੱਟ ਕੇ ਜੰਗਲ ਵਿੱਚ ਸੁੱਟ ਦਿੱਤਾ। ਪੈਸੇ ਸਾਰੇ ਖੋਹ ਕੇ ਲੈ ਗਏ। ਉੱਥੇ ਵਿਚਾਰਾ ਮਰ ਗਿਆ। ਸਾਨੂੰ ਤਾਂ ਪਤਾ ਵੀ ਕਈ ਦਿਨ ਮਗਰੋਂ ਲੱਗਿਆ। ਖਬਰ ਨਹੀਂ ਵਿਚਾਰੇ ਨਾਲ ਕੀ ਬੀਤੀਆਂ। ਫੱਤੋ ਜਦੋਂ ਦੱਸ ਰਹੀ ਸੀ ਤਾਂ ਤ੍ਰਿਪ-ਤ੍ਰਿਪ ਫਾਤਮਾ ਦੇ ਹੰਝੂ ਕਿਰਦੇ ਰਹੇ। ਸਾਹਿਬਾ ਵੀ ਉਸ ਵੱਲ ਦੇਖ ਕੇ ਬਹੁਤ ਉਦਾਸ ਹੋ ਗਈ। ਸੱਸ ਆਈ ਸੀ ਇਸਦੀ, ਨਿਕਰਮਣ ਨੂੰ ਆਖਦੀ ਸੀ, ਵਿਚਕਾਰਲੇ ਮੁੰਡੇ ਦੇ ਲੜ ਲਾ ਦਿੰਦੇ ਆਂ। ਇਸਨੇ ਰੋ ਕੇ ਆਪਣੇ ਬਾਪ ਦੇ ਪੈਰ ਫੜ ਲਏ। ਅਖੇ ਮੈਂ ਤੁਹਾਡੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲੂੰ, ਮੈਨੂੰ ਘਰੋਂ ਨਾ ਧੱਕੋ। ਇਹ ਤਾਂ ਮਰਨ ਨੂੰ ਤਿਆਰ ਹੋ ਗਈ ਸੀ, ਖੂਹ 'ਚ ਡਿੱਗਣ ਚਲੀ ਗਈ ਸੀ। ਇਹਨੂੰ ਵੀ ਕੀ ਕਹੋ, ਰਮਜ਼ਾਨ ਹੈਗਾ ਵੀ ਰੱਬ ਦਾ ਬੰਦਾ ਸੀ।
ਬਈ ਅੱਖ 'ਚ ਪਾਇਆ ਕਿਹੜਾ ਰੜਕਦਾ ਸੀ, ਇਸ ਦਾ ਕਦੇ ਮੂੰਹ ਨਹੀਂ ਸੀ ਫਟਕਿਆਰਦਾ। ਰਾਤ ਨੂੰ ਇਹਦੇ ਨਾਲ ਭਾਂਡੇ ਮਜਵਾਉਣ ਬੈਠ ਜਾਂਦਾ। ਖਬਰ ਨਹੀਂ ਉਹਨੇ ਛੇਤੀ ਤੁਰ ਜਾਣਾ ਸੀ, ਤਾਂਹੀਓ ਇੰਨਾ ਚੰਗਾ ਸੀ। ਅੱਬਾ ਇਸਦੇ ਨੇ ਇਹ ਕਹਿ ਕੇ ਇਸ ਦੀ ਸੱਸ ਨੂੰ ਤੋਰਿਆ ਬਈ ਕੁੜੀ ਨੂੰ ਅਜੇ ਸੰਭਲ ਜਾਣ ਦਿਓ, ਫੇਰ ਦੇਖਾਂਗੇ। ਉਸੇ ਦਿਨ ਦੀ ਮੈਨੂੰ ਆਖੀ ਜਾਂਦੀ ਸੀ, ਸਾਹਿਬਾ ਕੋਲ ਛੱਡ ਆਓ, ਮੈਂ ਉੱਥੇ ਉਹਨਾਂ ਦੀ ਸੇਵਾ ਕਰਦੀ ਰਹਾਂਗੀ। ਮਗਰੋਂ ਸਾਹਿਬਾ ਉਹ ਸੰਧਾਰੇ ਵਾਲੀਆਂ ਚੀਜ਼ਾਂ ਚੁਕਵਾ ਕੇ ਫੱਤੋ ਅਤੇ ਫਾਤਮਾ ਨੂੰ ਮਾਤਾ ਗੁਜਰੀ ਦੀ ਰਿਹਾਇਸ਼ ਵਿੱਚ ਲੈ ਗਈ। ਸੁੰਦਰੀ ਵੀ ਉੱਥੇ ਹੀ ਬੈਠੀ ਸੀ। ਸਾਹਿਬਾ ਨੇ ਦੋਵਾਂ ਦੇ ਪੈਰ ਛੂਹੇ ਤੇ ਸੰਧਾਰੇ ਵਾਲੀ ਗਠੜੀ ਤੇ ਲੱਡੂਆਂ ਦਾ ਪੀਪਾ ਸੱਸ ਦੇ ਅੱਗੇ ਲਿਜਾ ਧਰਿਆ। ਫੱਤੋ ਤੇ ਫਾਤਮਾ ਨੇ ਵੀ ਮਾਤਾ ਜੀ ਦੇ ਪੈਰ ਛੂਹੇ। ਸੱਸ ਨੇ ਗਠੜੀ ਖੋਲ੍ਹੀ, ਵਿੱਚ 3 ਸੁੱਚੇ ਰੇਸ਼ਮ ਦੇ ਸੂਟ ਸਨ ਤੇ ਇੱਕ ਪੱਗ ਸੀ। ਮਾਤਾ ਗੁਜਰੀ ਨੇ ਇੱਕ ਸੂਟ ਸੁੰਦਰੀ ਨੂੰ ਫੜਾ ਦਿੱਤਾ, ਜਿਸ ਨੇ ਨਮਸਕਾਰ ਕੇ ਫੜ ਲਿਆ। ਇੱਕ ਸਾਹਿਬਾ ਨੂੰ ਦੇ ਦਿੱਤਾ ਤੇ ਇੱਕ ਆਪਣੇ ਕੋਲ ਰੱਖਿਆ। ਪਗੜੀ ਗੁਰੂ ਸਾਹਿਬ ਨੂੰ ਭੇਜ ਦਿੱਤੀ ਤੇ ਲੱਡੂਆਂ ਦਾ ਪੀਪਾ ਸੰਗਤ ਵਿੱਚ ਵਰਤਾ ਦੇਣ ਲਈ ਦਿੱਤਾ। ਮਾਤਾ ਜੀ ਨੇ ਸਾਹਿਬਾ ਦੇ ਪੇਕਿਆਂ ਦੀ ਸੁੱਖ ਸਾਂਦ ਪੁੱਛੀ ਤੇ ਫਾਤਮਾ ਬਾਰੇ ਵੀ ਪੁੱਛਿਆ। ਸਾਹਿਬਾ ਨੇ ਆਖਿਆ, ਮਾਂ ਜੀ ਇਹ ਮੇਰੀ ਸਹੇਲੀ ਫਾਤਮਾ ਹੈ। ਰੱਬ ਨੇ ਇਸ ਨਾਲ ਬੜਾ ਲੋੜਾ ਕੀਤਾ ਹੈ। ਸਾਲ ਦੇ ਅੰਦਰ ਅੰਦਰ ਹੀ ਇਸ ਦਾ ਘਰ ਵਾਲਾ ਤੁਰ ਗਿਆ। ਰੱਬ ਦਾ ਕੀ ਦੋਸ਼ ਹੈ, ਇਹ ਸਾਡੇ ਸਭ ਕਰਮਾਂ ਦੀਆਂ ਗੱਲਾਂ ਨੇ। ਮਾਤਾ ਜੀ ਬੋਲੇ। ਕੁਝ ਚਿਰ ਗੱਲਾਂ ਬਾਤਾਂ ਕਰਕੇ ਉਹ ਸਾਹਿਬਾ ਦੀ ਰਿਹਾਇਸ਼ ਵਿੱਚ ਮੁੜ ਆਈਆਂ। ਆਥਣੇ ਉਹ ਲੰਗਰ ਦੀ ਸੇਵਾ ਕਰਨ ਮਗਰੋਂ ਕੀਰਤਨ ਸੁਣਦੀਆਂ ਰਹੀਆਂ। ਮਗਰੋਂ ਗੁਰੂ ਜੀ ਨੂੰ ਨਮਸਕਾਰ ਕਰਕੇ ਸਾਹਿਬਾ ਦੋਵਾਂ ਨੂੰ ਆਪਣੀ ਰਿਹਾਇਸ਼ ਵਿੱਚ ਲੈ ਆਈ। ਕਾਫੀ ਰਾਤ ਤੱਕ ਸਾਹਿਬਾ ਪਾਠ ਕਰਦੀ ਰਹੀ। ਫੱਤੋ ਥੱਕੀ ਹੋਣ ਕਰਕੇ ਝੱਟ ਹੀ ਸੌਂ ਗਈ। ਮਗਰੋਂ ਸਾਹਿਬਾ ਫਾਤਮਾ ਦੀ ਮੰਜੀ ਤੇ ਆ ਬੈਠੀ ਤੇ ਪੁੱਛਣ ਲੱਗੀ, ਫਾਤਮਾ ਜਾਣ ਵਾਲਾ ਤਾਂ ਚਲਿਆ ਗਿਆ, ਹੁਣ ਜ਼ਿੰਦਗੀ ਦੇ ਇਉਂ ਕਿਵੇਂ ਕੱਟੇਂਗੀ? ਫਾਤਮਾ ਉਹਦੇ ਮੂੰਹ ਵੱਲ ਝਾਕੀ ਤੇ ਬੋਲੀ, ਉਹ ਚਲਿਆ ਤਾਂ ਗਿਆ, ਪਰ ਮੈਂ ਹੋਰ ਕਿਸੇ ਨੂੰ ਆਪਣਾ ਘਰ ਵਾਲਾ ਕਿਵੇਂ ਸਮਝ ਲਾਂ? ਪਲ ਦੇ ਪਲ ਸਾਹਿਬਾ ਚੁੱਪ ਰਹੀ ਤੇ ਫਿਰ ਆਖਣ ਲੱਗੀ, ਇਉਂ ਕਿਵੇਂ ਕੱਟੇਂਗੀ ਜ਼ਿੰਦਗੀ? ਨਾ ਕੱਟੀ ਗਈ ਤਾਂ ਖੂਹ 'ਚ ਛਾਲ ਮਾਰ ਦੂੰ। ਸਾਹਿਬਾ ਨੇ ਧਰਵ ਕੇ ਉਸ ਦਾ ਹੱਥ ਫੜ ਲਿਆ ਤੇ ਬੋਲੀ, ਨਹੀਂ ਫਾਤਮਾ, ਇਉਂ ਨਹੀਂ ਕਰੀਦਾ। ਤੂੰ ਇੱਥੇ ਸਾਡੇ ਕੋਲ ਹੀ ਰਹੀ ਜਾਈਂ, ਵੱਡੀ ਮਾਂ ਜੀ ਦੀ ਸੇਵਾ ਕਰੀ ਜਾਈਂ। ਮੇਰਾ ਰੋਣਾ ਹੀ ਨਹੀਂ ਸੀ ਥੰਮਦਾ। ਅੰਮਾ ਇੱਕ ਦਿਨ ਭਾਗੀਰਥ ਬਾਵੇ ਕੋਲ ਲੈ ਗਈ ਸੀ। ਉਸਨੇ ਮੇਰੇ ਸਿਰ ਤੇ ਹੱਥ ਰੱਖ ਕੇ ਪੁੱਛਿਆ, ਕੁੜੇ ਰੋਤਾ ਕਿਉਂ ਹੈ? ਮੇਰੇ ਕੋਲੋਂ ਪਤਾ ਨਹੀਂ ਕਿਵੇਂ ਆਖਿਆ ਗਿਆ, ਮੈਂ ਰਮਜ਼ਾਨ ਕੋਲ ਜਾਣਾ ਹੈ। ਤਾਂ ਬਾਵੇ ਨੇ ਮੈਨੂੰ ਦੱਸਿਆ, रमजान का शरीर मरा है, वो नहीं मरा। जितने वर्ष का उसका उम्र था वो शरीर के बिना जिएगा। ਤੇ ਫਿਰ ਸਾਹਿਬਾ ਮੈਨੂੰ ਸਬਰ ਆ ਗਿਆ। ਮੇਰਾ ਰੋਣਾ ਥੰਮ ਗਿਆ। ਹੁਣ ਮਨ ਹੀ ਮਨ ਮੈਂ ਉਹਦੇ ਨਾਲ ਗੱਲਾਂ ਵੀ ਕਰ ਲੈਂਦੀ ਹਾਂ। ਸਾਹਿਬਾ ਨੇ ਫਾਤਮਾ ਦਾ ਹੱਥ ਫੜ ਕੇ ਆਖਿਆ, ਹਾਂ ਫਾਤਮਾ, ਰਿਸ਼ਤੇ ਰੂਹਾਂ ਦੇ ਵੀ ਹੁੰਦੇ ਨੇ। ਮੈਂ ਤੈਨੂੰ ਸਿਖਾ ਦਿਆਂਗੀ। ਤੂੰ ਥੋੜ੍ਹਾ ਜਿਹਾ ਜਾਪ ਕਰ ਲਿਆ ਕਰ, ਜਿਸ ਨਾਲ ਤੈਨੂੰ ਵੀ ਸ਼ਾਂਤੀ ਮਿਲੇਗੀ ਤੇ ਰਮਜ਼ਾਨ ਨੂੰ ਵੀ। ਸਾਹਿਬਾ ਅੰਮਾ ਆਖਦੀ ਸੀ, ਹਿੰਦੂ ਲੋਕ ਹਰਿਦੁਆਰ ਤੇ ਗਿਆ ਜੀ ਜਾਂਦੇ ਨੇ ਤੇ ਬੇਮੌਤ ਮਰੇ ਲੋਕਾਂ ਦੀ ਗੱਤ ਕਰਵਾ ਕੇ ਆਉਂਦੇ ਨੇ। ਫਿਰ ਉਹਨਾਂ ਦਾ ਭਲਾ ਹੋ ਜਾਂਦਾ ਤੇ ਉਹ ਭਟਕਦੇ ਨਹੀਂ, ਕਿਸੇ ਹੋਰ ਜੂਨ ਚਲੇ ਜਾਂਦੇ ਨੇ। ਆਪਾਂ ਵੀ ਚੱਲਦੇ ਹਾਂ। ਮੈਂ ਆਖਿਆ, ਨਹੀਂ ਅੰਮਾ, ਆਪਾਂ ਨਹੀਂ ਕਿਤੇ ਜਾਣਾ। ਜੇ ਆਪਾਂ ਉਹਦੀ ਗੱਤ ਕਰਵਾ ਦਿੱਤੀ ਤਾਂ ਫਿਰ ਉਹ ਮੇਰੇ ਕੋਲ ਕਦੇ ਨਹੀਂ ਆਵੇਗਾ। ਉਹ ਤਾਂ ਹੁਣ ਵੀ ਰੋਜ਼ ਮੇਰੇ ਕੋਲ ਆਉਂਦਾ ਹੈ। ਅੰਮਾ ਖਿਝ ਗਈ ਸੀ। ਆਖਣ ਲੱਗੀ, ਜੇ ਉਹ ਪ੍ਰੇਤ ਬਣ ਕੇ ਤੈਨੂੰ ਚਿੰਮੜ ਗਿਆ, ਕਮਲੀ ਹੋਈ 20 ਵਿੱਚ ਫਿਰੇਂਗੀ। ਅੰਮਾ ਕਹਿੰਦੀ, ਆਪਾਂ ਕਿਸੇ ਸਿਆਣੇ ਤੋਂ ਤਵੀਤ ਕਰਾ ਲਵਾਂਗੇ, ਫਿਰ ਰਮਜ਼ਾਨ ਦੀ ਰੂਹ ਤੈਨੂੰ ਤੰਗ ਨਹੀਂ ਕਰੂਗੀ। ਸਿਆਣਾ ਘਰ ਵੀ ਕੀਲ ਦੇਵੇਗਾ, ਫਿਰ ਉਹ ਘਰ ਵੀ ਨਹੀਂ ਵੜ ਸਕੇਗਾ। ਮੈਂ ਕਿਹਾ, ਮੈਂ ਨਹੀਂ ਕਿਸੇ ਸਿਆਣੇ ਕੋਲ ਜਾਣਾ। ਇਸੇ ਲਈ ਤਾਂ ਅੰਮਾ ਮੈਨੂੰ ਤੇਰੇ ਕੋਲ ਆਉਣ ਬਾਰੇ ਮੰਨ ਗਈ, ਬਈ ਤੇਰੇ ਕੋਲ ਕੁਝ ਚਿਰ ਰਹਿ ਕੇ ਮੇਰਾ ਜੀ ਟਿਕਾਣੇ ਆਜੂ। ਫਾਤਮਾ ਦੱਸ ਰਹੀ ਸੀ। ਸਾਹਿਬਾ ਨੇ ਡੂੰਘਾ ਸਾਹ ਭਰਿਆ ਤੇ ਉਸ ਦਾ ਹੱਥ ਘੁੱਟ ਕੇ ਆਪਣੇ ਮੰਜੇ ਉੱਤੇ ਆ ਪਈ। ਆਪਣੇ ਮੰਜੇ ਤੇ ਪਈ ਉਹ ਬਹੁਤ ਰਾਤ ਤੀਕ ਆਪਣੇ ਸਾਹਿਬ ਨੂੰ ਫਾਤਮਾ ਦੇ ਦੁੱਖ ਬਾਰੇ ਜਿਵੇਂ ਦੱਸਦੀ ਰਹੀ, ਕਹਿੰਦੀ ਰਹੀ। ਸਾਹਿਬ, ਉਹ ਬਹੁਤ ਔਖਾ ਹੁੰਦਾ ਆਪਣੇ ਪਿਆਰੇ ਨਾਲੋਂ ਨਿਖੜ ਜਾਣਾ। ਤੇ ਫਿਰ ਉਹ ਮਨ ਹੀ ਮਨ ਵਾਹਿਗੁਰੂ ਦਾ ਜਾਪ ਕਰਨ ਲੱਗ ਪਈ। ਅੱਜ ਉਸਨੂੰ ਬੜੀ ਦੇਰ ਮਗਰੋਂ ਨੀਂਦ ਆਈ, ਪਰ ਜਾਗ ਉਸਨੂੰ ਪਹਿਰ ਦੇ ਤੜਕੇ ਹੀ ਆ ਗਈ। ਉੱਠ ਕੇ ਇਸ਼ਨਾਨ ਕੀਤਾ, ਪਾਠ ਕੀਤਾ ਤੇ ਮਗਰੋਂ ਧਿਆਨ ਵਿੱਚ ਬੈਠ ਗਈ। ਫੱਤੋ ਉੱਠ ਕੇ ਬਾਹਰ ਆਲਾ ਦੁਆਲਾ ਸੰਭਰਨ ਲੱਗ ਗਈ। ਕੁਝ ਦੇਰ ਮਗਰੋਂ ਫਾਤਮਾ ਨੂੰ ਜਾਗ ਆ ਗਈ। ਉਸਨੂੰ ਲੱਗਿਆ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਗਈ ਹੈ। ਕਿੰਨੀ ਸ਼ਾਂਤੀ ਸੀ ਉੱਥੇ। ਚਿੜੀਆਂ ਬੋਲ ਰਹੀਆਂ ਸਨ ਤੇ ਸਾਹਿਬਾ ਜਿਵੇਂ ਇੱਕ ਮੂਰਤੀ ਹੋਵੇ।
ਫਾਤਿਮਾ ਨੇ ਫੈਸਲਾ ਕਰ ਲਿਆ ਕਿ ਉਹ ਜਿੰਨੀ ਦੇਰ ਜੀਏਗੀ ਸਾਹਿਬਾ ਦੇ ਕੋਲ ਹੀ ਰਹੇਗੀ। ਦਿਨ ਚੜ੍ਹੇ। ਅੱਜ ਜਦੋਂ ਸਾਹਿਬਾ ਦੇ ਮਹਿਲ ਵਿੱਚ ਆਏ ਤਾਂ ਉਹਨਾਂ ਨੂੰ ਭੋਜਨ ਛਕਾਉਣ ਪਿੱਛੋਂ ਸਾਹਿਬਾ ਨੇ ਫਾਤਿਮਾ ਬਾਰੇ ਉਹਨਾਂ ਨੂੰ ਦੱਸਿਆ। ਤੁਸੀਂ ਆਖੋ ਤਾਂ ਆਪਾਂ ਕੁਝ ਚਿਰ ਉਹਨੂੰ ਇੱਥੇ ਹੀ ਰੱਖ ਲਈਏ। ਜਿਵੇਂ ਤੁਹਾਡੀ ਇੱਛਾ। ਆਖ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ। ਸਾਹਿਬਾ ਨੇ ਫੱਤੋ ਨੂੰ ਆਖਿਆ, ਅੰਮਾ ਅਜੇ ਫਾਤਿਮਾ ਨੂੰ ਸਾਡੇ ਕੋਲ ਹੀ ਰਹਿਣ ਦਿਓ। ਥੋੜ੍ਹੀ ਜਿਹੀ ਠੀਕ ਹੋ ਜਾਏ ਫਿਰ ਆਜੂਗੀ ਪਿੰਡ। ਫੱਤੋ ਨੂੰ ਵੀ ਲੱਗਿਆ ਜਦੋਂ ਦੀ ਫਾਤਿਮਾ ਇੱਥੇ ਆਈ ਹੈ ਉਹ ਜਿਵੇਂ ਸੁਰਤ ਵਿੱਚ ਸੀ। ਰਾਤ ਰੋਟੀ ਵੀ ਖਾ ਰਹੀ ਸੀ ਆਰਾਮ ਨਾਲ। ਅੱਗੇ ਤਾਂ ਇੱਕ ਰੋਟੀ ਖਾ ਕੇ ਪਾਣੀ ਪੀ ਕੇ ਉੱਠ ਖੜ੍ਹਦੀ। ਇੰਨੇ ਚਿਰ ਨੂੰ ਜਾਣ ਲਈ ਤਿਆਰ ਹੋ ਕੇ ਸਾਹਿਬ ਰਾਏ ਵੀ ਆ ਗਿਆ। ਫੱਤੋ ਸਾਹਿਬਾ ਤੇ ਫਾਤਿਮਾ ਦਾ ਸਿਰ ਪਲੋਸ ਕੇ ਵਾਪਸ ਜਾਣ ਲਈ ਤਿਆਰ ਹੋ ਗਈ। ਇੰਨੇ ਨੂੰ ਇੱਕ ਸੇਵਕ ਵੱਡੇ ਮਾਂ ਜੀ ਵੱਲੋਂ ਫੱਤੋ ਲਈ ਕੁਝ ਕੱਪੜੇ, ਕੁਝ ਪੈਸੇ, ਸਰਦੀਆਂ ਵਿੱਚ ਕੰਮ ਆਉਣ ਵਾਲੀ ਇੱਕ ਕੰਬਲੀ ਲੈ ਕੇ ਆ ਗਿਆ। ਫੱਤੋ ਨੇ ਖੁਸ਼ ਹੋ ਕੇ ਸਭ ਚੀਜ਼ਾਂ ਫੜ ਲਈਆਂ। ਤੁਰਨ ਵੇਲੇ ਫੱਤੋ ਸਾਹਿਬਾ ਨੂੰ ਆਖਣ ਲੱਗੀ, ਇਹਦੇ ਪਾਉਣ ਵਾਲੇ ਲੀੜੇ ਮੈਂ ਕਿਸੇ ਆਉਂਦੇ ਜਾਂਦੇ ਹੱਥ ਭੇਜ ਦੂੰਗੀ। ਹੁਣ ਤਾਂ ਇੱਕੋ ਹੀ ਜੋੜਾ ਲੈ ਕੇ ਆਈ ਸੀ। ਕੋਈ ਨਹੀਂ, ਕੱਪੜੇ ਇੱਥੇ ਹੋਰ ਸਵਾ ਦਿਆਂਗੇ, ਸਾਹਿਬਾ ਨੇ ਆਖਿਆ। ਵੱਡੀ ਮਾਂ ਦੇ ਹਜ਼ੂਰ 'ਚ ਜਾ ਕੇ ਨਮਸਕਾਰ ਕਰਕੇ ਦੋਵਾਂ ਕੁੜੀਆਂ ਦਾ ਸਿਰ ਦੁਬਾਰਾ ਪਲੋਸ ਕੇ ਫੱਤੋ ਸਾਹਿਬ ਰਾਏ ਨਾਲ ਪਿੰਡ ਨੂੰ ਮੁੜੀ।